ਮੈਂ ਚਰਨਜੀਤ ਕੌਰ ਗਿੱਲ ਇੰਗਲੈਂਡ ਤੋਂ ਆਪ ਸਭਨਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਆਪਣੇ ਵਿਚਾਰ ਸਾਂਝੇ ਕਰਾਂਗੀ। ਮੈਂ ਗੁਰਾਂ ਦੇ ਉਹ ਸ਼ਬਦਾਂ ਦੀ ਗੱਲ ਕਰਾਂਗੀ ਜੋ ਸੌਖੀ ਤਰ੍ਹਾਂ ਸਮਝ ਵਿੱਚ ਆ ਜਾਣ। ਸੁਣੀਏ ਗੁਰਾਂ ਦਾ ਸ਼ਬਦ ਰੂਪੀ ਗਿਆਨ। ਪੰਨਾ 1346 ਤੇ ਤੀਜੇ ਪਾਤਸ਼ਾਹ ਜੀ ਫਰਮਾ ਰਹੇ ਆ, ਕਹਿੰਦੇ ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ। ਹਰ ਮੰਦਰ ਸ਼ਬਦ ਖੋਜੀਏ, ਹਰ ਨਾਮੋ ਲੈ ਸੰਭਾਲ। ਮਨ ਮੇਰੇ ਸ਼ਬਦ ਰੱਪੇ ਰੰਗ ਹੋਏ, ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸਾਚੀ ਸੋਏ। ਗੁਰੂ ਜੀ ਸਮਝਾ ਰਹੇ ਆ ਕਿ ਉਸ ਮਾਲਕ ਨੇ ਜੋ ਸਾਨੂੰ ਇਹ ਮਨੁੱਖਾ ਸਰੀਰ ਬਖਸ਼ਿਆ ਹੈ, ਇਹ ਉਸੇ ਦਾ ਮੰਦਰ ਹੈ, ਇਸ ਦੇ ਅੰਦਰ ਹੀ ਉਹ ਮਾਲਕ ਵਸਦਾ। ਗੁਰਾਂ ਦੀ ਕਿਰਪਾ ਨਾਲ ਦੇਖੀਏ, ਭਾਵ ਉਹਨਾਂ ਦੇ ਉਪਦੇਸ਼ ਨੂੰ ਸਮਝ ਕੇ ਉਸ ਮਾਲਕ ਦੀ ਰਚੀ ਕੁਦਰਤ ਨੂੰ ਪਿਆਰ ਕਰੀਏ, ਕੁਦਰਤੀ ਨਿਯਮਾਂ ਨੂੰ ਸਮਝੀਏ। ਉਹ ਮਾਲਕ ਸਾਡੇ ਨਾਲ ਹੀ ਵਸਦਾ। ਤੀਜੇ ਪਾਤਸ਼ਾਹ ਜੀ ਇਹ ਸਮਝਾ ਰਹੇ ਆ। ਫਿਰ ਫਰਮਾਉਂਦੇ ਆ ਇਸ ਹੀ ਪੰਨੇ ਤੇ, ਕਹਿੰਦੇ ਹਰ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਮਨ ਮੁਖ ਮੂਲ ਨ ਜਾਣਨੀ, ਮਾਨਸ ਹਰ ਮੰਦਰ ਨਾ ਹੋਏ। ਹਰ ਮੰਦਰ ਇਹ ਸਰੀਰ ਹੈ, ਇਹ ਸਰੀਰ ਹੀ ਉਸ ਮਾਲਕ ਦਾ ਬਖਸ਼ਿਆ ਹੋਇਆ ਮੰਦਰ ਹੈ। ਪਰ ਮਨ ਮੁਖ ਮੂਲ ਨਾ ਜਾਣਨੀ, ਮਨ ਮੁਖਤਾ ਦੇ ਨਾਲ ਨਹੀਂ ਸਾਨੂੰ ਪਤਾ ਲੱਗਣਾ। ਮਨ ਮੁਖਤਾ ਦੇ ਨਾਲ ਅਸੀਂ ਇਹ ਸਮਝਾਂਗੇ ਕਿ ਹੈ ਇਨਸਾਨ ਦਾ ਸਰੀਰ ਕਿਵੇਂ ਮੰਦਰ ਹੋ ਸਕਦਾ। ਮਨ ਮੁਖ ਮੂਲ ਨਾ ਜਾਣਨੀ, ਮਾਨਸ ਹਰ ਮੰਦਰ ਨਾ ਹੋਏ। ਗੁਰੂ ਸਾਹਿਬ ਜਦੋਂ ਬਾਣੀ ਰਚਦੇ ਆ, ਦੋ ਤਰ੍ਹਾਂ ਦੇ ਇਨਸਾਨਾਂ ਦਾ ਜ਼ਿਕਰ ਕਰਦੇ ਆ, ਮਨਮੁਖ, ਗੁਰਮੁਖ। ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬ ਦੋ ਤਰ੍ਹਾਂ ਦੇ ਇਨਸਾਨਾਂ ਦਾ ਜ਼ਿਕਰ ਕਰਦੇ ਹੁੰਦੇ। ਮਨਮੁਖ ਅਸੀਂ ਲੋਕ, ਆਪਾਂ ਮਨ ਮਰਜ਼ੀਆਂ ਕਰਨ ਵਾਲੇ। ਗੁਰਮੁਖ ਗੁਰਾਂ ਦੇ ਮੁਖੋਂ ਨਿਕਲੇ ਬਚਨ ਮੰਨਣ ਵਾਲੇ ਗੁਰਮੁਖ। ਕਿਸੇ ਤਰ੍ਹਾਂ ਦੇ ਪਹਿਰਾਵਾ ਪਾਉਣ ਵਾਲੇ ਨੂੰ ਗੁਰੂ ਸਾਹਿਬ ਗੁਰਮੁਖ ਨਹੀਂ ਆਖ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਸੇ ਤਰ੍ਹਾਂ ਦੇ ਪਹਿਰਾਵੇ ਨੂੰ ਗੁਰੂ ਸਾਹਿਬ ਨੇ ਮਹੱਤਤਾ ਨਹੀਂ ਦਿੱਤੀ, ਕਿਸੇ ਤੀਰਥ ਅਸਥਾਨ ਨੂੰ ਮਹੱਤਤਾ ਨਹੀਂ ਦਿੱਤੀ, ਕਿਸੇ ਤਰ੍ਹਾਂ ਦੀ ਕਰਮ ਕਾਂਡ ਨੂੰ ਮਹੱਤਤਾ ਨਹੀਂ ਦਿੱਤੀ। ਉਹਨਾਂ ਨੇ ਮਹੱਤਤਾ ਸ਼ਬਦ ਨੂੰ ਦਿੱਤੀ ਹੈ। ਉਹਨਾਂ ਦਾ ਜੋ ਉਪਦੇਸ਼ ਆ, ਉਹਨਾਂ ਦੇ ਬਚਨ ਸੁਣੀਏ, ਸਮਝੀਏ, ਇਹ ਗੁਰਾਂ ਦਾ ਸੱਚਾ ਸਤਿਕਾਰ ਹੈ। ਉਹਨਾਂ ਦੇ ਗਿਆਨ ਨੂੰ ਸਮਝ ਲੈਣਾ, ਆਖੇ ਲੱਗਣਾ ਗਿਆਨ ਤੇ ਜੋ ਕਹਿ ਰਹੇ ਆ। ਜਿਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਆ, ਉਹਨਾਂ ਦੀ ਸ਼ਬਦ ਰੂਪੀ ਤੁਕਾਂਤ ਆਉਂਦੀ ਹੈ ਪੰਨਾ 953 ਤੇ, ਕਹਿੰਦੇ ਬਾਹਰ ਮੂਲ ਨਾ ਖੋਜੀਏ, ਘਰ ਮਹਿ ਵਿਧਾਤਾ। ਮਨ ਮੁਖ ਹਰ ਮੰਦਰ ਕੀ ਸਾਰ ਨ ਜਾਣਨੀ, ਤਨ ਜਨਮ ਗਵਾਤਾ। ਸਭ ਮਹਿ ਇੱਕੋ ਵਰਤਦਾ, ਗੁਰੂ ਸ਼ਬਦ ਹੀ ਪਾਇਆ ਜਾਏ। ਸਾਰਿਆਂ ਦੇ ਵਿੱਚ ਹੀ ਉਹ ਮਾਲਕ ਵਰਤਦਾ, ਸਭਨਾਂ ਦੇ ਵਿੱਚ ਆ, ਲੇਕਿਨ ਗੁਰ ਸ਼ਬਦ ਹੀ ਪਾਇਆ ਜਾਏ। ਉਹਨਾਂ ਦੇ ਉਪਦੇਸ਼ ਨੂੰ ਸਮਝ ਕੇ ਉਸ ਮਾਲਕ ਦੇ ਪਿਆਰ ਨੂੰ ਪਾਇਆ ਜਾਂਦਾ, ਉਹ ਸਾਡੇ ਅੰਦਰ ਹੀ ਵਸਦਾ। ਇਹ ਸਮਝਾ ਰਹੇ ਆ ਸਦੀਆਂ ਪਹਿਲਾਂ ਗੁਰੂ ਸਾਹਿਬ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਆ, ਸਭ ਮਹਿ ਇੱਕੋ ਵਰਤਦਾ, ਗੁਰ ਸ਼ਬਦ ਹੀ ਪਾਇਆ ਜਾਏ। ਗੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਕੌਣ ਹੋਏ ਸੋਚੀਏ। ਉਹਨਾਂ ਦਾ ਇੱਕ ਤਾਂ ਉਹਨਾਂ ਦਾ ਉੱਚਾ ਗਿਆਨ, ਦੂਸਰਾ ਹੋ ਸਕਦਾ ਗੁਰੂ ਸਾਹਿਬ ਬਾਬਾ ਫਰੀਦ ਜੀ ਦੀ ਬਾਣੀ ਵਿਚਾਰਦੇ ਹੋਣਗੇ, ਕਿਉਂਕਿ ਪਹਿਲਾਂ ਹੋ ਚੁੱਕੇ ਆ। ਭਗਤ ਨਾਮਦੇਵ ਜੀ ਪਹਿਲਾਂ ਹੋ ਚੁੱਕੇ ਆ, ਭਗਤ ਤਰਲੋਚਨ ਜੀ ਪਹਿਲਾਂ ਹੋ ਚੁੱਕੇ ਆ, ਭਗਤ ਰਾਮਨੰਦ ਜੀ ਗੁਰੂ ਸਾਹਿਬ ਤੋਂ ਪਹਿਲਾਂ ਹੋ ਚੁੱਕਿਆ। ਉਹਨਾਂ ਭਗਤਾਂ ਦੀ ਗੁਰੂ ਜੀ ਬਾਣੀ ਵਿਚਾਰਦੇ ਹੋਣਗੇ। ਹੋ ਸਕਦਾ ਉਹਨਾਂ ਨੂੰ ਗੁਰੂ, ਉਹਨਾਂ ਦੇ ਉਪਦੇਸ਼ ਨੂੰ ਗੁਰੂ ਆਖਦੇ ਹੋਣਗੇ, ਪਤਾ ਨਹੀਂ। ਗੁਰੂ ਸਾਹਿਬ ਕਹਿੰਦੇ ਆ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਸ਼ਬਦ ਹੀ ਪਾਇਆ ਜਾਏ। ਉਹਨਾਂ ਦੇ ਉਪਦੇਸ਼ ਨੂੰ ਸਮਝ ਕੇ ਅਸੀਂ ਪ੍ਰਮਾਤਮਾ ਦਾ ਪਿਆਰ ਪਾ ਸਕਦੇ ਹਾਂ, ਕੁਦਰਤ ਦਾ। ਸਦੀਆਂ ਪਹਿਲਾਂ ਸਾਨੂੰ ਗੁਰੂ ਜੀ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਰਹੇ। ਸੋਚਣ ਵਾਲੀ ਗੱਲ ਆ ਕਿ ਸਦੀਆਂ ਪਹਿਲਾਂ ਸਾਡੇ ਗੁਰਾਂ ਦੇ ਕਿੰਨੇ ਐਡਵਾਂਸ ਵਿਚਾਰ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਗਿਆਨ ਦੇ ਲੜ ਲਾਇਆ, ਉਪਦੇਸ਼ ਦੇ ਲੜ ਲਾਇਆ। ਜੋ ਉਹਨਾਂ ਨੇ ਉਪਦੇਸ਼ ਲਿਖਿਆ ਵੀ ਇਹਨੂੰ ਸਮਝੋ ਭਾਈ। ਕਿਸੇ ਤਰ੍ਹਾਂ ਦੇ ਪਹਿਰਾਵੇ ਦੇ ਲੜ ਨਹੀਂ ਗੁਰਬਾਣੀ ਲਾ ਰਹੀ ਵੀ ਇਸ ਤਰ੍ਹਾਂ ਦਾ ਪਹਿਰਾਵਾ ਪਾ ਲਓ ਤੁਸੀਂ ਗੁਰਸਿੱਖ ਹੋ, ਆਹ ਕਰਮ ਕਾਂਡ ਕਰ ਲਓ ਤੁਸੀਂ ਗੁਰਸਿੱਖ ਹੋ। ਨਹੀਂ, ਸਿੱਖ
ਗੁਰਾਂ ਦੀ ਸਿੱਖਿਆ ਨੂੰ ਸਮਝਣ ਵਾਲਾ, ਮੰਨਣ ਵਾਲਾ। ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਆ ਪੰਨਾ 904 ਤੇ, ਕਹਿੰਦੇ ਸਭ ਸੇ ਉੱਪਰ ਗੁਰੂ ਸ਼ਬਦ ਵਿਚਾਰ, ਹੋਰ ਕਥਨੀ ਵਧਿਓ ਨਾ ਸਗਲੀ ਸ਼ਾਰ। ਮਨ ਕੜਤ ਕਹਾਣੀਆਂ, ਹੋਰ ਕਥਨੀ ਵਧਿਓ ਨਾ ਸਗਲੀ ਸ਼ਾਰ। ਸਗਲੀ ਹੁੰਦਾ ਸਾਰਾ, ਸ਼ਾਰ ਸੁਆ। ਇਹ ਮਨ ਕੜਤ ਕਹਾਣੀਆਂ ਤਾਂ ਸੁਆ ਦੇ ਬਰਾਬਰ ਆ। ਗੁਰਾਂ ਦੇ ਉਪਦੇਸ਼ ਨੂੰ, ਉਹਨਾਂ ਦੇ ਬਚਨਾਂ ਨੂੰ ਵਿਚਾਰਿਓ। ਸਭ ਸੇ ਉੱਪਰ ਗੁਰੂ ਸ਼ਬਦ ਵਿਚਾਰ। ਜਿਸ ਤਰ੍ਹਾਂ ਮਨਮੁਖ ਗੁਰਮੁਖ, ਤੀਜੇ ਪਾਤਸ਼ਾਹ ਜੀ ਫਰਮਾਉਂਦੇ ਆ ਪੰਨਾ 1054-55 ਤੇ, ਕਹਿੰਦੇ ਸੇ ਮਨਮੁਖ ਜੋ ਸ਼ਬਦ ਨਾ ਪਛਾਣੇ, ਗੁਰ ਕੇ ਭੈ ਕੀ ਸਾਰ ਨਾ ਜਾਣੇ। ਮਨਮੁਖ ਉਹ ਆ ਜੋ ਉਪਦੇਸ਼ ਨੂੰ ਨਹੀਂ ਸਮਝ ਰਿਹਾ, ਬਚਨਾਂ ਨੂੰ ਨਹੀਂ ਸਮਝ ਰਿਹਾ, ਗੁਰਾਂ ਦਿਆਂ ਨੂੰ, ਗੁਰਾਂ ਦੀ ਕੋਈ ਪਰਵਾਹ ਹੀ ਨਹੀਂ ਕਰਦਾ। ਗੁਰਮੁਖ ਹੋਵੇ ਸੋ ਨਾਮ ਬੂਝੇ, ਕਾਟੇ ਦੁਰਮਤ ਫਾਹਾ ਹੈ। ਆਪਦੀ ਖੋਟੀ ਅਕਲ ਨੂੰ ਦੂਰ ਕਰ ਦੇਵੇ, ਨਾਮ ਨੂੰ ਸਮਝੇ, ਭਾਵ ਨਿਯਮਾਂ ਨੂੰ ਸਮਝੇ। ਤੀਜੇ ਪਾਤਸ਼ਾਹ ਜੀ ਆਲੇ ਦੁਆਲੇ ਦੇਖਦੇ ਹੋਣਗੇ, ਬਾਣੀ ਰਚਦੇ ਸੀ ਸਾਰੇ ਹੀ ਗੁਰੂ ਸਾਹਿਬ। ਜਿਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਗਿਆਨ ਤੇ ਲੜ ਲਾਇਆ, ਦੂਜੇ ਪਾਤਸ਼ਾਹ ਜੀ ਨੇ ਸ਼ਬਦ ਗਿਆਨ ਤੇ ਲੜ ਲਾਇਆ, ਤੀਜੇ ਪਾਤਸ਼ਾਹ ਜੀ ਸ਼੍ਰੀ ਗੁਰੂ ਅਮਰਦਾਸ ਜੀ ਜਦੋਂ ਆਲੇ ਦੁਆਲੇ ਦੇਖਦੇ ਆ ਵੀ ਗੁਰੂ ਸਾਹਿਬ ਤਾਂ ਸਾਨੂੰ, ਕਿਉਂਕਿ ਉਹ ਵੀ ਬਾਣੀ ਵਿਚਾਰਦੇ ਹੋਣਗੇ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਨੂੰ ਵਿਚਾਰਦੇ ਹੋਣਗੇ, ਫਿਰ ਦੇਖਦੇ ਹੋਣਗੇ ਵੀ ਲੋਕੀ ਤਾਂ ਉਸੇ ਤਰ੍ਹਾਂ ਦੀਆਂ ਹੀ ਕਰਮਕਾਂਡੀ ਗੱਲਾਂ, ਵਹਿਮਾਂ ਭਰਮ ਵਾਲੀਆਂ ਕਰੀ ਜਾਂਦੇ ਆ, ਸ਼ਬਦ ਦੇ ਲੜ ਲੱਗ ਨਹੀਂ ਰਹੇ। ਇਸੇ ਕਰਕੇ ਲਿਖਦੇ ਆ ਨਾ ਪੰਨਾ 593 ਤੇ, ਕਹਿੰਦੇ ਜਗਤ ਅਗਿਆਨੀ ਅੰਧ ਹੈ, ਦੂਜੇ ਭਾਏ ਕਰਮ ਕਮਾਏ, ਦੂਜੇ ਭਾਏ ਜੇਤੇ ਕਰਮ ਕਰੇ, ਦੁੱਖ ਲਾਗੇ ਤਨ ਧਾਏ, ਗੁਰ ਪ੍ਰਸਾਦੀ ਸੁਖ ਉਪਜੇ, ਜਾਂ ਗੁਰ ਕਾ ਸ਼ਬਦ ਕਮਾਏ। ਆਲੇ ਦੁਆਲੇ ਦੇਖ ਕੇ ਲਿਖ ਰਹੇ ਆ ਵੀ ਇਹ ਜਗਤ ਦਾ ਅਗਿਆਨੀ ਗੱਲਾਂ ਕਰਦਾ, ਕਰਮਕਾਂਡੀ ਰਸਮਾਂ, ਜਿਨ੍ਹਾਂ ਨਾਲ ਫਿਰ ਤੁਹਾਨੂੰ ਦੁੱਖ ਹੀ ਲੱਗਦੇ ਆ। ਗੁਰਾਂ ਦੀ ਕਿਰਪਾ ਨਾਲ ਤੁਹਾਨੂੰ ਆਤਮਿਕ ਸੁੱਖ ਪ੍ਰਾਪਤ ਹੋਣਾ, ਉਹਨਾਂ ਦੇ ਉਪਦੇਸ਼ ਦੇ ਆਖੇ ਲੱਗ ਕੇ। ਤੀਜੇ ਪਾਤਸ਼ਾਹ ਜੀ ਸਦੀਆਂ ਪਹਿਲਾਂ ਸਾਨੂੰ ਸਮਝਾ ਰਹੇ। ਸ਼੍ਰੀ ਗੁਰੂ ਨਾਨਕ ਦੇਵ ਜੀ ਫਿਰ ਪੰਨਾ 906 ਤੇ ਸਮਝਾ ਰਹੇ ਨੇ, ਕਹਿੰਦੇ ਬਿਨ ਗੁਰ ਸ਼ਬਦ ਨਹੀਂ ਘਰ ਬਾਰ। ਸਾਡਾ ਜੋ ਇਹ ਸਰੀਰ ਹੈ, ਘਰ ਬਾਰ ਇਸ ਨੂੰ ਆਖ ਰਿਹਾ, ਨਾਨਕ ਗੁਰਮੁਖ ਤੱਤ ਵਿਚਾਰ। ਗੁਰਾਂ ਦੀ ਸਿੱਖਿਆ ਲੈ ਕੇ ਗੁਰਮੁਖ ਬਣ ਕੇ ਮਨੁੱਖਾ ਜਨਮ ਦੇ ਤੱਤ ਨੂੰ ਵਿਚਾਰੀਏ, ਉਪਦੇਸ਼ ਨੂੰ ਸਮਝ ਕੇ। ਬਿਨ ਗੁਰ ਸ਼ਬਦ, ਗੁਰਾਂ ਦੇ ਉਪਦੇਸ਼ ਤੋਂ ਬਗੈਰ, ਗਿਆਨ ਸਮਝਣ ਤੋਂ ਬਗੈਰ ਸਾਡਾ ਇਹ ਸਰੀਰ ਰੂਪੀ ਘਰ-ਬਾਰ ਨਹੀਂ, ਦੁੱਖਾਂ ਕਲੇਸ਼ਾਂ ਨਾਲ ਢਹਿ ਢੇਰੀ ਹੋ ਜੂਏ। ਸਦੀਆਂ ਪਹਿਲਾਂ ਗੁਰੂ ਜੀ ਸਾਨੂੰ ਸਮਝਾ ਰਹੇ ਆ, ਜੋ ਅਸੀਂ ਅੱਜ ਤੱਕ, ਸਾਡੀ ਬਦਨਸੀਬੀ, ਅਸੀਂ ਸਮਝੇ ਨਹੀਂ ਹੈਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸਾਨੂੰ ਕਰਮਕਾਂਡੀ ਰਸਮਾਂ ਤੋਂ ਰੋਕ ਰਿਹਾ, ਲੇਕਿਨ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਗਿਆਨ ਸਮਝਣਾ ਸੀ। ਗਿਆਨ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਕਰਮਕਾਂਡ ਰਸਮ ਬਣਾ ਕੇ ਪੂਜਣਾ ਸ਼ੁਰੂ ਕਰਤਾ, ਮਨ ਪਰਚਾਵਾ ਬਣਾ ਲਿਆ। ਜਦੋਂ ਕਿ ਗੁਰੂ ਜੀ ਸਮਝਾ ਰਹੇ ਆ ਪੰਨਾ 223 ਤੇ, ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਆ, ਕਹਿੰਦੇ ਗੁਰ ਕੀ ਸੇਵਾ ਸ਼ਬਦ ਵਿਚਾਰ, ਹਉ ਮੈਂ ਮਾਰੇ ਕਰਨੀ ਸਾਰ। ਮਨੁੱਖਾ ਜਨਮ ਦੀ ਸ੍ਰੇਸ਼ਟ ਕਰਨੀ ਹੈ ਅਗਰ ਤੁਸੀਂ ਗੁਰਾਂ ਦੇ ਉਪਦੇਸ਼ ਨੂੰ ਸਮਝੋ, ਵਿਚਾਰੋ, ਉਹਨਾਂ ਦੇ ਗਿਆਨ ਦੇ ਲੜ ਲੱਗੋ, ਗਿਆਨ ਪਾ ਲਵੋ। ਕਿਸੇ ਤਰ੍ਹਾਂ ਦੀ ਪੂਜਾ ਕਰਨ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੈਂ ਨਹੀਂ ਪੜ੍ਹਿਆ ਲਿਖਿਆ ਹੋਇਆ ਕਿਤੇ ਵੀ। ਫਿਰ ਫਰਮਾਉਂਦੇ ਆ ਪੰਨਾ 1345 ਤੇ, ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਰਾਮ ਨਾਮ ਜਪ ਅੰਤਰ ਪੂਜਾ, ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ। ਰਾਮ ਨਾਮ, ਸਾਰੇ ਜਗਤ ਦੇ ਵਿੱਚ ਰਮਿਆ ਹੋਇਆ ਰਾਮ,
ਉਸ ਦੀ ਪੂਜਾ ਅੰਦਰ ਹੀ ਕਰੋ ਆਪ ਦੇ। ਗੁਰਾਂ ਦੇ ਸ਼ਬਦਾਂ ਨੂੰ ਵਿਚਾਰ ਕੇ ਸ਼ਬਦਾਂ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ। ਇੱਕੋ ਰਬ ਰਹਿਆ ਸਭ ਠਾਈ, ਆਵਰ ਨਾ ਦੀਸੇ ਕਿਸ ਪੂਜ ਚੜਾਈ। ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਇਸੇ ਹੀ ਪੰਨੇ ਤੇ, ਪੰਨਾ 1345 ਤੇ, ਕਹਿੰਦੇ ਇੱਕੋ ਰਬ ਰਹਿਆ ਸਭ ਠਾਈ, ਆਵਰ ਨਾ ਦੀਸੇ ਕਿਸ ਪੂਜ ਚੜਾਈ। ਆਵਰ ਹੁੰਦਾ ਹੋਰ ਕੋਈ ਦਿਸਦਾ ਹੀ ਨਹੀਂ। ਉਸ ਮਾਲਕ ਦੀ ਰਚੀ ਕੁਦਰਤ ਤੋਂ ਬਗੈਰ ਪੂਜਾ ਕਿਹਨੂੰ ਚੜਾਉਣੀ ਆ। ਸੋਚੀਏ ਕਿੱਡੇ ਐਡਵਾਂਸ ਵਿਚਾਰ ਸੀ ਸਾਡੇ ਗੁਰਾਂ ਦੇ। ਹਰ ਇੱਕ ਇਨਸਾਨ ਦਾ, ਮਨੁੱਖਾ ਜਨਮ ਦਾ ਧਰਮ ਆ ਕੁਦਰਤ ਨੂੰ ਪਿਆਰ ਕਰਨਾ, ਕੁਦਰਤੀ ਨਿਯਮਾਂ ਨੂੰ ਸਮਝ ਕੇ ਸਬਰ ਸੰਤੋਖ ਨਾਲ ਰਹਿਣਾ। ਕਿਉਂਕਿ ਗੁਰੂ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਆ, ਇਹ ਗੱਲ ਪੰਨਾ 84 ਤੇ 84, ਪੰਨਾ 84 ਤੇ, ਕਹਿੰਦੇ ਕੁਦਰਤ ਕਰਕੇ ਵਸਿਆ ਸੋਏ। ਇਸ ਦੇ ਵਿੱਚ ਹੀ ਵਸਦਾ। ਜਿਸ ਤਰ੍ਹਾਂ ਇੱਕ ਆਪਾਂ ਬੀਜ ਕੋਈ ਬੀਜੀਏ, ਕਿਸੇ ਫਲਾਂ ਦਾ ਕਿੰਨਾ ਫਲ ਲੱਗਦਾ, ਬੀਜ ਕਿੱਥੇ ਗਿਆ? ਵਿੱਚ ਹੀ ਆ, ਵਿੱਚ ਹੀ ਸਮਾ ਗਿਆ ਬੀਜ। ਕੁਦਰਤ ਦੇ ਵਿੱਚ ਵਸਦਾ ਉਹ ਮਾਲਕ, ਉਸ ਦੀ ਕੁਦਰਤ ਨੂੰ ਸਾਨੂੰ ਪਿਆਰ ਕਰਨਾ ਚਾਹੀਦਾ। ਹਰ ਇੱਕ ਇਨਸਾਨ ਨੂੰ ਸੰਭਾਲਣਾ ਚਾਹੀਦਾ ਸੀ। ਹੁਣ ਵੀ ਸੰਭਾਲੋ ਇਹਨੂੰ, ਕੁਦਰਤ ਨੂੰ ਪਿਆਰ ਕਰੋ। ਅਗਰ ਇੱਕ ਦਰਖਤ ਪੱਟਣ ਲਈ ਸੋਚਦੇ ਹੋ, 2 ਲਾਉਣ ਲਈ ਪਹਿਲਾਂ ਸੋਚੋ, ਨਿਯਮ ਸਮਝੋ ਵੀ ਸਾਨੂੰ ਸਾਫ਼ ਪਾਣੀ ਦੀ ਲੋੜ ਆ, ਸਾਫ਼ ਹਵਾ ਦੀ ਲੋੜ ਆ, ਸਾਨੂੰ ਧਰਤੀ ਪ੍ਰਫੁੱਲਤ ਚਾਹੀਦੀ। ਅਗਰ ਧਰਤੀ ਦੇ ਵਿੱਚ ਕੁਛ ਉੱਗੂਗਾ ਨਹੀਂ, ਕੁਦਰਤੀ ਜਵਾਬ ਦੇ ਦੂ, ਕੀ ਖਾਵਾਂਗੇ? ਵੈਸੇ ਹੀ ਕਹਿ ਰਹੀ ਹੈ ਸਾਇੰਸ ਵੀ 35-40 ਸਾਲਾਂ 'ਚ ਦੁਨੀਆ ਹੀ ਖਤਮ ਹੋ ਜਾਣੀ ਹੈ। ਸਾਨੂੰ ਸੋਚਣਾ ਚਾਹੀਦਾ। ਸਾਨੂੰ ਤਾਂ ਸਦੀਆਂ ਪਹਿਲਾਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ ਵੀ ਇਸ ਕੁਦਰਤ ਨੂੰ ਪਿਆਰ ਕਰੋ, ਮਾਲਕ ਦੇ ਵਿੱਚ ਵਸਦਾ। ਜਿਸ ਤਰ੍ਹਾਂ ਫਰਮਾਉਂਦੇ ਆ ਪੰਜਵੇਂ ਪਾਤਸ਼ਾਹ ਜੀ, ਪੰਨਾ 1151 ਤੇ, ਕਹਿੰਦੇ ਸੋਈ ਕੁਚੀਲ ਕੁਦਰਤ ਨਹੀਂ ਜਾਣੇ, ਲਿਪੀਏ ਥਾਏ ਨਾ ਸੁਚ ਹਰ ਮਾਨੇ। ਉਹ ਇਨਸਾਨ ਕੁਚੀਲ ਹੈ, ਗੰਦਾ, ਜੋ ਕੁਦਰਤ ਨੂੰ ਨਹੀਂ ਸਮਝ ਰਿਹਾ, ਇਹਨੂੰ ਸੰਭਾਲ ਨਹੀਂ ਰਿਹਾ, ਪਖੰਡੀ ਸੋਚ ਮੁਕਾ ਰਿਹਾ। ਲਿਪੀਏ ਥਾਏ ਨਾ ਸੁੱਚ ਹਰ ਮਾਨੇ। ਉਹਨਾਂ ਦਿਨਾਂ ਦੇ ਵਿੱਚ ਪੰਡਤ ਬਹੁਤ ਪਖੰਡਬਾਜ਼ੀ ਕਰਦੇ ਸੀ। ਗੁਰੂ ਸਾਹਿਬ ਖੁਦ ਖੱਤਰੀ ਸੀ, ਪਰ ਉਹਨਾਂ ਨੂੰ ਉਹ ਜੋ ਖੱਤਰੀ ਬ੍ਰਾਹਮਣ ਕਰਦੇ ਸੀ, ਉਹਨਾਂ ਨੂੰ ਉਹ ਚੰਗਾ ਨਹੀਂ ਸੀ ਲੱਗਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ। ਇਸ ਕਰਕੇ ਉਹਨਾਂ ਨੇ ਸਾਨੂੰ ਗਿਆਨ ਦੀ ਲੜ ਲਾਇਆ। ਜਿਸ ਤਰ੍ਹਾਂ ਤੀਜੇ ਪਾਤਸ਼ਾਹ ਜੀ ਫਰਮਾਉਂਦੇ ਆ ਪੰਨਾ 587 ਤੇ, ਕਹਿੰਦੇ ਅੰਤਰ ਤੀਰਥ ਗਿਆਨ ਹੈ। ਅੰਦਰ ਤੁਹਾਡੇ ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ ਬੁਝਾਏ, ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾਏ। ਅੰਮ੍ਰਿਤਸਰ ਤੀਰਥ ਨਾਏ। ਜਿਸ ਵਕਤ ਗੁਰੂ ਸਾਹਿਬ ਨੇ ਬਾਣੀ ਰਚੀ ਆ, ਉਸ ਵਕਤ ਅੰਮ੍ਰਿਤਸਰ ਤੀਰਥ ਸਥਾਨ ਨਹੀਂ ਸੀ। ਕਿਉਂਕਿ ਗੁਰਬਾਣੀ ਕਿਸੇ ਤਰ੍ਹਾਂ ਦੇ ਤੀਰਥ ਅਸਥਾਨ ਦੇ ਨਾਲ ਸਾਨੂੰ ਨਹੀਂ ਜੋੜ ਰਹੀ, ਕਿਸੇ ਕਰਮ ਕਾਂਡ ਦੇ ਨਾਲ ਸਾਨੂੰ ਨਹੀਂ ਜੋੜ ਰਹੀ, ਕਿਸੇ ਪਹਿਰਾਵੇ ਦੇ ਨਾਲ ਸਾਨੂੰ ਨਹੀਂ ਜੋੜ ਰਹੀ। ਵਿਗਿਆਨ ਸਮਝੋ ਸਾਡਾ ਲਿਖਿਆ ਹੋਇਆ, ਗਿਆਨ ਨੂੰ ਪਾਲੋ। ਅੰਤਰ ਤੀਰਥ ਗਿਆਨ ਹੈ। ਸਤਿਗੁਰਾਂ ਨੇ ਸਮਝਾਤਾ, ਤੀਰਥ ਅਸਥਾਨ ਸਾਡੇ ਅੰਦਰ ਹੀ ਹੈ। ਕਿਹੜਾ ਤੀਰਥ ਅਸਥਾਨ? ਗਿਆਨ। ਗਿਆਨ ਨੂੰ ਪਾ ਕੇ ਅੰਮ੍ਰਿਤਸਰ ਤੀਰਥ ਨਾਏ। ਇਸ ਅੰਮ੍ਰਿਤਸਰ ਤੀਰਥ ਦੇ ਵਿੱਚ ਨਹਾਉਣਾ ਕਰੋ, ਗਿਆਨ ਦੇ ਵਿੱਚ। ਕਿਉਂਕਿ ਗਿਆਨ ਪਾਉਣ ਨਾਲ ਕ੍ਰੋਧ ਵਿਰੋਧ ਦੀ ਅੰਦਰੋਂ ਮੈਲ ਜਾਊਗੀ, ਨਿੰਦਿਆ ਚੁਗਲੀ ਦੇ ਅੰਦਰੋਂ ਮੈਲ ਜਾਊਗੀ। ਇਹ ਸਮਝਾ ਰਿਹਾ ਗੁਰੂ ਸਾਹਿਬ ਸਾਨੂੰ ਸਦੀਆਂ ਪਹਿਲਾਂ। ਫਿਰ ਫਰਮਾਉਂਦੇ ਆ ਤੀਜੇ ਪਾਤਸ਼ਾਹ ਜੀ, ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵੇ ਜੇ ਚਰ ਸ਼ਬਦ ਨਾ ਕਰੇ ਵਿਚਾਰ। ਪੰਨਾ 594 ਤੇ ਤੀਜੇ ਪਾਤਸ਼ਾਹ ਜੀ ਫਰਮਾਉਂਦੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਲੋਕੀ ਆਉਂਦੇ ਹੋਣਗੇ, ਜਿਸ ਤਰ੍ਹਾਂ ਅੱਜ ਕੱਲ੍ਹ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੇ ਹਾਂ,
ਆਪਾਂ ਮੱਥਾ ਟੇਕਦੇ ਹਾਂ ਬੜੇ ਸਤਿਕਾਰ ਨਾਲ, ਲੇਕਿਨ ਗੁਰੂ ਜੀ ਸਮਝਾ ਰਹੇ ਆ, ਡਿੱਠੇ ਹੁੰਦਾ ਦੇਖਣਾ। ਭਾਈ ਦੇਖਣ ਨਾਲ ਮੁਕਤੀ ਨਹੀਂ ਹੋਣੀ ਜਿੰਨਾ ਦੇਰ ਤੁਸੀਂ ਸ਼ਬਦ ਦੀ ਵਿਚਾਰ ਨਹੀਂ ਕਰਦੇ, ਗਿਆਨ ਨਹੀਂ ਸਮਝਦੇ। ਜਿਸ ਤਰ੍ਹਾਂ ਕੋਈ ਮਾਂ ਬੱਚੇ ਨੂੰ ਕਹੇ ਆ ਕਿਤਾਬਾਂ ਪੜ੍ਹ ਬੇਟਾ, ਜਾਂ ਬੇਟੀ ਕਿਤਾਬਾਂ ਪੜ੍ਹ ਲਾ, ਦੇਖ ਕੇ ਨਹੀਂ ਤੇਰਾ ਛੁਟਕਾਰਾ ਹੋਣਾ, ਪੜ੍ਹਨਾ ਪੈਣਾ ਇਹਨਾਂ ਨੂੰ। ਗੁਰੂ ਸਾਹਿਬ ਕਹਿੰਦੇ ਸਾਡੇ ਉਪਦੇਸ਼ ਨੂੰ ਸਮਝੋ, ਦੇਖਣ ਨਾਲ, ਮੱਥਾ ਟੇਕਣ ਨਾਲ ਤੁਹਾਡੀ ਮੁਕਤੀ ਨਹੀਂ ਹੋਣੀ, ਭਾਵ ਕਲਾਂ ਕਲੇਸ਼ਾਂ ਤੋਂ ਤੁਹਾਡਾ ਛੁਟਕਾਰਾ ਨਹੀਂ ਹੋਣਾ। ਸਾਡੇ ਭਲੇ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਆ। ਮੇਰੀ ਇੱਕ ਹੌਬੀ ਆ, ਮੈਂ ਬਾਣੀ ਪੜ੍ਹ ਕੇ ਕੋਈ ਨਾ ਕੋਈ ਕਵਿਤਾ ਰਚਦੀ ਹੁੰਦੀ ਆ। ਮੈਂ ਇੱਕ ਕਵਿਤਾ ਰਚੀ ਸੀ, ਮੱਥੇ ਵੀ ਟੇਕੋ ਪੰਥ ਨੂੰ, ਸ਼ਬਦ ਵੀ ਖੋਜ ਲਓ, ਸ਼ਬਦਾਂ ਦੀ ਸਿੱਖਿਆ ਤੇ ਚੱਲੋ, ਫਿਰ ਘਰ ਹਿਰਦੇ ਅੰਦਰੋਂ ਵਾਹਿਗੁਰੂ ਟੋਲ ਲਓ। ਪਰਮਾਤਮਾ ਦੀ, ਪ੍ਰਭੂ ਦੀ ਪ੍ਰੇਮ ਭਗਤੀ ਕਰਨ ਲਈ ਸਾਨੂੰ ਕਿਸੇ ਪੂਜਾ ਦੀ ਲੋੜ ਨਹੀਂ। ਅਸੀਂ ਅੰਦਰ ਹੀ ਬੈਠੇ ਆਪਦੀ ਬਿਰਤੀ ਉਸ ਮਾਲਕ ਦੀ ਰਚੀ ਕੁਦਰਤ ਦੇ ਵਿੱਚ ਆਪਣੀਆਂ ਸੋਚਾਂ ਨੂੰ ਕੁਦਰਤੀ ਨਿਯਮਾਂ ਦੇ ਵਿੱਚ ਪਰਿਵਰਤ ਰੱਖੋ। ਸੱਚੀ ਭਗਤੀ ਆ ਇਹ। ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਆ, ਪੰਨਾ 542 ਤੇ ਕਹਿੰਦੇ ਮਨ ਤਨ ਧਨ ਸਭ ਪ੍ਰਭ ਕੇਰਾ, ਕਿਆ ਕੋ ਪੂਜ ਚੜਾਵੇ। ਸਭ ਕੁਝ ਤਾਂ ਉਸ ਮਾਲਕ ਦਾ ਬਖਸ਼ਿਆ ਹੋਇਆ, ਆਪਾਂ ਕੌਣ ਹੁੰਨੇ ਉਸ ਨੂੰ ਪੂਜਾ ਦੇਣ ਵਾਲੇ। ਇਹੀ ਪੂਜਾ ਸੀ ਉਸ ਦੀ ਰਚੀ ਕੁਦਰਤ ਨੂੰ ਸਮਝਦੇ। ਇਹ ਮਨੁੱਖਾ ਜਨਮ ਦਾ ਧਰਮ ਸੀ, ਧਰਮ ਹੈ। ਉਸ ਮਾਲਕ ਦੀ ਰਚੀ ਕੁਦਰਤ ਨੂੰ ਪਿਆਰ ਕਰੀਏ। ਬਾਣੀ ਸਾਨੂੰ ਇਹ ਸਮਝਾਉਂਦੀ ਆ, ਗੁਰ ਕੀ ਸੇਵਾ ਸ਼ਬਦ ਵਿਚਾਰ, ਹਉ ਮੈਂ ਮਾਰੇ ਕਰਨੀ ਸਾਰ। ਸ੍ਰੇਸ਼ਟ ਕਰਨੀ ਹੈ ਉਸ ਗੁਰਾਂ ਦੇ ਲਿਖੇ ਸ਼ਬਦਾਂ ਨੂੰ ਸਮਝੀਏ, ਵਿਚਾਰੀਏ ਵੀ ਕੀ ਕਹਿ ਰਹੇ ਨੇ, ਕੀ ਸਮਝਾ ਰਹੇ ਨੇ ਸਾਨੂੰ ਗੁਰੂ ਜੀ। ਧੰਨ ਧੰਨ ਪੰਜਵੇਂ ਪਾਤਸ਼ਾਹ ਜੀ, ਜੋ ਸਾਨੂੰ ਆਤਮਿਕ ਸੁੱਖ ਦਾ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ ਗਏ। ਧੰਨ ਧੰਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਧੰਨ ਤੁਹਾਡੀ ਬਾਣੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਾਨੂੰ ਇਹੀ ਆਖਿਆ, ਨੌਵੇਂ ਪਾਤਸ਼ਾਹ ਜੀ ਦੀ ਬਾਣੀ ਵਿੱਚ ਦਰਜ ਕਰਕੇ। ਉਹਨਾਂ ਨੇ ਵੀ ਇਹੀ ਸਮਝਾਇਆ ਕਿ ਗੁਰੂ ਮਾਨਿਓ ਗ੍ਰੰਥ, ਕਿਸੇ ਤਰ੍ਹਾਂ ਦਾ ਕੋਈ ਦੇਹਧਾਰੀ ਗੁਰੂ ਨਹੀਂ ਹੋਣਾ ਚਾਹੀਦਾ। ਭਾਈ ਲੜ ਲੱਗਿਓ ਗ੍ਰੰਥ ਦੇ ਗਿਆਨ ਦੇ। ਅਸੀਂ ਉਹਨਾਂ ਦਾ ਪਹਿਰਾਵਾ ਪਾ ਲਿਆ, ਉਪਦੇਸ਼ ਕੀ ਦੇ ਰਹੇ ਆ ਸਮਝੇ ਨਹੀਂ ਹੈਗੇ। ਜਿਸ ਤਰ੍ਹਾਂ ਇਸ ਤਰ੍ਹਾਂ ਹੋ ਸਕਦਾ ਵੀ ਕੋਈ ਵਿਦਿਆਰਥੀ ਕਿਤਾਬਾਂ ਨਾ ਪੜ੍ਹੇ ਮੈਡੀਕਲ ਦੀਆਂ, ਡਾਕਟਰ ਕਹੇ ਮੈਂ ਡਾਕਟਰ ਹਾਂ, ਚਿੱਟਾ ਕੋਟ ਪਾ ਕੇ, ਤਾਂ ਬੜਾ ਸੌਖਾ ਸਾਰੇ ਪਾ ਲੈਣਗੇ। ਫਿਰ ਚਿੱਟਾ ਕੋਟ ਪਾ ਕੇ ਕੋਈ ਕਹੇ ਮੈਂ ਸਰਜਨ ਆ, ਲਓ ਮੈਂ ਆਪਰੇਸ਼ਨ ਕਰਤਾ, ਮੇਰੇ ਕੋਟ ਪਾਇਆ ਹੋਇਆ। ਇਸ ਤਰ੍ਹਾਂ ਹੋ ਸਕਦਾ। ਜਾਂ ਕੋਈ ਸਾਡੇ ਬੱਚੇ ਦੇ ਕੋਲ ਕੋਈ ਵਿਦਿਆਰਥੀ ਸਾਤੋਂ ਪੈਸੇ ਲੈ ਕੇ ਉਹਦੇ ਕੋਲ ਮੈਡੀਕਲ ਦੀਆਂ ਕਿਤਾਬਾਂ ਪੜ੍ਹੀ ਜਾਵੇ ਪੜ੍ਹੀ ਜਾਵੇ ਪੜ੍ਹੀ ਜਾਵੇ ਆ ਕੇ, ਤਾਂ ਸਾਡਾ ਬੱਚਾ ਫਿਰ ਡਿਗਰੀ ਮਿਲ ਜੂ। ਫਿਰ ਸੋਚਣ ਵਾਲੀ ਗੱਲ ਆ ਥੋੜ੍ਹੀ ਜਿਹੀ। ਗੁਰਾਂ ਦੇ ਉਪਦੇਸ਼ ਨੂੰ ਵਿਚਾਰੀਏ, ਕੀ ਲਿਖਿਆ, ਕੀ ਸਮਝਾਉਂਦੇ ਆ, ਸੁੱਖ ਪਾਵਾਂਗੇ। ਧੰਨ ਧੰਨ।